हाँ जी, हर बंदा हुण हर काम नहीं कर सकता, लेकिन हर बंदा कोई ना कोई काम ते कर ही सकता है। वाह भाई वाह, बड़ा फिक्रा बोलिया रे, वाह। हर बंदा हर काम नहीं कर सकता, लेकिन कोई ना कोई तो कर सकता, कोई ना कोई काम जरूर कर सकता है। नहीं कि हुण बंदे ने अपने दिल च पा लिया कि मैं है यार ड्रामा, तो फिर कितों ने तरक्की करनी है। क्या बात है। ते जे उन्हें घर ही रखनी है तो फिर एक दो भी चंगी, जो उन्हें कारोबार करना है तो फिर दुध वालियां मज्जां दुध वालियां रखे, 4 रखे 5 रखे, उन्होंने आप समझ आएगी कि मेरा भाई ये प्रॉफिट है वे की मज देना 10 किलो भी दुध दे ना जान छड्ड के 1000 रुपया बनांदी 100 रुपये किलो दुध विकदा खालस देइए ते। चलो जेडे भरा अपने शहरां 'च बैठे ने, शहरां 'च मेरे मामू होरी ने 130 भी उत्थे विकदा, 120 भी विकदा। हाँ जी, साडे इत्थे ਅਸੀਂ 100 रुपये देने हैं। भाजी ਉਹ ਲੱਖ ਰੁਪਇਆ ਕਮਾਣਾ ਚਾਹੁੰਦਾ ਹੈ, ਲੱਖ ਤੋਂ ਉੱਤੇ ਕਮਾਣਾ ਚਾਹੇਗਾ, ਮੱਝਾਂ 4 ਪਾਲੇ 5 ਪਾਲੇ, ਪੰਜਾਂ ਤੋਂ ਲੱਖ ਲੱਭ ਜਾਏਗਾ। ਦੱਸੋ ਹੁਣ ਸਕੀਮ ਕਿਸ ਤਰ੍ਹਾਂ। ਭਾਜੀ ਉਹਨੇ ਜਦੋਂ ਮੱਝਾਂ 5 ਰੱਖ ਲੈਣੀਆਂ ਨਾ ਤੇ 5 ਮੱਝਾਂ ਦਾ ਰੋਜ਼ ਦਾ 50 ਕਿਲੋ ਦੁੱਧ, ਠੀਕ ਹੈ ਹਨਾ 10 ਕਿਲੋ ਵੀ ਲਾਈਏ, ਠੀਕ ਹੈ ਮਾਈ ਦਾ ਤਾਂ 5000 ਸਿੱਧਾ ਸਿੱਧਾ ਪੈ ਗਿਆ ਪਿਛਾਂ, ਠੀਕ ਹੈ। ਉਹਦੇ ਵਿੱਚੋਂ 5000 ਦੇ ਵਿੱਚੋਂ 1500 2000 ਖਰਚਾ ਆ ਗਿਆ ਇਹਨਾਂ ਤੇ। ਉਹਨਾਂ 10 ਕਿਲੋ ਦੇ ਤੇ ਨਹੀਂ ਨਾ ਰਹਿਣਾ, ਬਿਲਕੁਲ ਆਪਣਾ ਬੱਚੇ ਸੱਚੇ ਵੀ ਹੋਣੇ ਨੇ। ਮਾਈ 10 ਕਿਲੋ ਜਿਹੜੀ ਦੁੱਧ ਦਿੰਦੀ ਕੋਈ ਦਿੰਦੀ ਹੈ, ਨਹੀਂ ਤੇ ਜਿਹੜੀਆਂ ਮੱਝਾਂ ਨੇ ਨਾ ਜੂਹ ਦੀਆਂ ਮੱਝਾਂ, ਉਹ ਤਾਂ 14 16 18 ਜਿੰਨੇ ਹੀ ਸਾਹਮਣੇ ਨਾ ਦੁੱਧ ਹੋਣਾ ਉਹਨਾਂ ਨੂੰ ਦੇਣਾ, ਠੀਕ ਹੈ। ਤੇ ਉਹ ਬੰਦਾ ਰੱਜ ਜਾਂਦਾ। अस्सलाम वालेकुम। ਵਾਲੇਕੁਮ ਸਲਾਮ। ਭਾਈਜਾਨ ਕੀ ਹਾਲ ਹੈ ਤੁਹਾਡਾ? ਅਲਹਮਦੁਲਿਲਾ, ਤੁਸੀਂ ਸੁਣਾਓ ਠੀਕ ਹੋ? ਅੱਲਾ ਦਾ ਸ਼ੁਕਰ ਹੈ। ਤੇ ਆਪਣਾ ਤਾਰਫ ਤੇ ਨਾਜ਼ਰੀਨ ਨੂੰ ਕਰਵਾ ਦਿਓ। ਮੇਰਾ ਨਾਮ ਮੁਹੰਮਦ ਕਲੀਮੁੱਲਾ ਹੈ, ਪਿੰਡ ਮੇਰਾ ਆਦਮ ਕੇ ਚੀਮਾ ਹੈ, ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ ਹੈ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਕਲੀਮ ਭਾਈ, ਅੱਜ ਅਸੀਂ ਤੁਹਾਡੇ ਕੋਲ ਉਹ ਗੱਲਾਂ ਪੁੱਛਾਂਗੇ ਜਿਹੜੇ ਨਵੇਂ ਫਾਰਮਰ ਡੰਗਰ ਰੱਖਣਾ ਚਾਹੁੰਦੇ ਨੇ, ਡੰਗਰ ਪਾਲਣਾ ਚਾਹੁੰਦੇ ਨੇ, ਖਾਲਸ ਦੁੱਧ ਹਾਸਲ ਕਰਨਾ ਚਾਹੁੰਦੇ ਨੇ, ਪਰ ਉਹਨਾਂ ਨੂੰ ਕੰਮ ਕਰਨ ਦੀ ਜਾਂਚ ਨਹੀਂ ਹੁੰਦੀ, ਤੇ ਜਿਹੜੇ ਮੇਨ ਪੁਆਇੰਟ ਨੇ ਉਹ ਤੁਹਾਡੇ ਕੋਲ ਪੁੱਛਾਂਗੇ। ਤੇ ਸਭ ਤੋਂ ਪਹਿਲੇ ਦੱਸਿਓ ਕਿ ਅਗਰ ਕਿਸੇ ਭਾਈ ਨੇ ਜਿਹੜਾ ਮੁਲਕ ਤੋਂ ਬਾਹਰ ਬੈਠਾ ਹੈ, ਉਹਨੇ ਆਪਣੇ ਛੋਟੇ ਵੀਰ ਨੂੰ ਕੰਮ ਕਰਵਾਉਣਾ ਹੈ ਵਾਲਾ, ਉਂਝ ਘਰ ਡੰਗਰ ਪਾਲਨੇ ਨੇ, ਜਾਂ ਫਿਰ ਉਹ ਸਮਝਦਾ ਕਿ ਮੇਰੇ ਜੀ ਬਹੁਤੇ ਨੇ ਔਰ ਮੈਂ ਹਾਲਸ ਦੁੱਧ ਲੈਣਾ ਹੈ, ਆਪਣੇ ਬੱਚਿਆਂ ਨੂੰ ਪਿਲਾਣਾ ਹੈ, ਤੇ ਉਹ ਜਾਨਵਰ ਕਿੰਨੇ ਲਏ ਔਰ ਕਿਹੜੇ ਲਏ? ਭਾਜੀ ਵੇਖੋ ਨਾ, ਜਿਹੜਾ ਟਾਈਮ ਪਿਆ ਜਾਂਦਾ ਨਾ, ਹਰ ਬੰਦਾ ਜਾਂਦਾ ਉਤਲ ਨੀਲੀ ਲੁੱਡਣ ਥਈਏ ਨਾ, ਠੀਕ ਹੈ। ਜੂ ਦੇ ਵਿੱਚ ਮਾਲ ਜਾਂਦੇ ਨੇ ਲੈਣ, ਤੇ ਮਾਈ ਜਿਹੜੀ ਜੂ ਦੀ ਉਹ ਵਾਸੀ ਚੰਗੀ ਹੈ, ਅੱਛਾ, ਤੇ ਬਾਕੀ ਉਹ ਆਪਣੀ ਮਿਹਨਤ ਦੇ ਨਾਲ ਲੈ ਕੇ ਆਉਂਦੇ ਨੇ। ਜਿਨ੍ਹਾਂ ਨੂੰ ਪਛਾਣ ਹੁੰਦੀ ਹੈ ਨਾ, ਉਹ ਤਾਂ ਨਹੀਂ ਫਿਰ ਉੱਥੇ ਸ਼ਾਇਦ ਛੱਡਦੇ। ਜਿਹੜਾ ਨਵਾਂ ਬੰਦਾ ਹੁੰਦਾ ਉਹ ਜਾਂਦਾ ਉੱਥੋਂ ਦਾਲ ਲਵਾ ਆਉਂਦਾ। ਇਹ ਵੀ ਜੋ 2-3 ਬੰਦੇ ਨੇ ਮੇਰੇ ਤਾਂ ਵੀ ਉਹਨਾਂ ਰਾਬਤਾ ਕੀਤਾ ਤੇ ਯਾਰ ਆਹੀ ਤੇ ਇੰਜ ਗਏ ਆ ਤੇ ਸਾਡਾ ਉੱਥੇ ਸਾਨੂੰ ਇੰਜ ਹੋ ਗਿਆ ਇੰਜ ਹੋ ਗਿਆ। ਜਿਹੜੇ ਉੱਥੇ ਟੁੱਟ ਜਾਣਾ ਤੇ ਘਰ ਘਰ ਵਪਾਰੀ ਨੇ, ਇੱਟ ਪੁੱਟੀਏ ਤੇ ਵਪਾਰੀ ਨਿਕਲਦੇ ਨੇ, ਠੀਕ ਹੈ ਉੱਥੇ। ਅੱਛਾ, ਹਾਂਜੀ ਜੂ ਚ ਠੀਕ ਹੋ ਗਿਆ। ਤੇ ਚਲੋ ਮੱਝਾਂ ਤੇ ਫਿਰ ਤੁਹਾਡੇ ਕੋਲ ਹੀ ਲੈਣ, ਕਿਉਂਕਿ ਤੁਸੀਂ ਵਪਾਰ ਵੀ ਕਰਦੇ ਹੋ। ਤੇ ਮੱਝਾਂ ਇਹ ਨਹੀਂ ਕਹਿੰਦੇ ਕਿ ਸਾਡੇ ਕੋਲ ਹੀ ਲੈਣ, ਮੱਝ ਉੱਥੋਂ ਲੈਣ ਜਿੱਥੇ ਉਹਨਾਂ ਦਾ ਆਪਣਾ ਦਿਲ ਮੁਤਮਿਨ ਹੈ, ਠੀਕ ਹੈ ਨਾ। ਹਾਂ, ਉਹਨਾਂ ਦੇ ਜਿੱਥੇ ਜਿੱਥੇ ਹੈ ਨੇ, ਕਿਸੇ ਨਾ ਕਿਤੇ ਲਾ ਕੇ। ਹੁਣ ਹਰ ਬੰਦਾ ਇੱਕ ਜੈਸਾ ਨਹੀਂ ਹੁੰਦਾ, ਦਾਲ ਆਉਣ ਵਾਲਾ 5 ਉਂਗਲਾਂ ਨਾਲ ਬਰਾਬਰ ਨਹੀਂ ਹੈ। ਅੱਲਾ ਦੇ ਬੜੇ ਬੜੇ ਨੇਕ ਬੰਦੇ ਵੀ ਹੈ ਨੇ ਜਿਹੜਾ ਆਪਣਾ ਦਿਲ ਸਾਫ਼ ਰੱਖ ਕੇ ਕੰਮ ਕਰਦੇ ਨੇ। ਅੱਲਾ ਪਾਕ ਉਹਨਾਂ ਦੀ ਰਿਜ਼ਕ ਇਜ਼ਾਫਾ ਕਰਦਾ। ਅਸੀਂ ਇੱਕ ਗੱਲ ਜਾਣਦੇ ਹਾਂ ਕਿ ਥੋੜੀ ਤੋਂ ਬਹੁਤਾ ਰਿਜ਼ਕ ਮਿਲ ਸਕਦਾ, ਜੇ ਬੰਦਾ ਬਹੁਤੀ ਤੋਂ ਬਹੁਤਾ ਆਖੇ ਨਾ, ਉਹ ਜਿਹੜਾ ਉਹ ਮਾਰੇ ਜਾਂਦਾ। ਜ਼ਬਰਦਸਤ ਜ਼ਬਰਦਸਤ। ਅੱਛਾ ਇਹ ਦੱਸੋ, ਜਿਹੜੀ ਮੈਂ ਤੁਹਾਨੂੰ ਗੱਲ ਪੁੱਛੀ ਹੈ ਕਿ ਜਾਨਵਰ ਕਿੰਨੇ ਕੁ ਰੱਖੀਏ ਤਾਂ ਕਿ ਘਰ ਦਾ ਸਰਕਟ ਚੱਲ ਜੇ, ਜਾਂ ਇੱਕ ਬੰਦਾ ਕਾਰੋਬਾਰ ਦੇ ਤੌਰ ਤੇ ਕਰਨਾ ਚਾਹੁੰਦਾ ਬਾਅਦ ਚੋਂ, ਜੇ ਉਹਨੇ ਘਰ ਦਾ ਰਹਿਣਾ ਹੈ, ਫਿਰ ਉਹ ਹਿਸਾਬ ਦੇ ਨਾਲ ਹੀ ਮੱਝ ਜਿਹੜੀ ਹੈ 12 ਕਿਲੋ ਦੁੱਧ ਦੇਣ ਵਾਲੀ ਵੀ ਹੁੰਦੀ ਹੈ, 14 ਵਾਲੀ ਵੀ ਹੁੰਦੀ ਹੈ, 22 ਕਿਲੋ ਦੇਣ ਵਾਲੀ ਵੀ ਹੁੰਦੀ ਹੈ। ਜਿੰਨਾ ਗੁੜ ਪਾਉਣਾ ਮਿੱਠਾ ਦੇ ਲੈਣਾ ਹੁੰਦਾ, ਜਿੰਨੇ ਭਾਈ ਪੈਸੇ ਭਰਨੇ ਨੇ ਉਨੀ ਉਹਨੂੰ ਚੀਜ਼ ਮਿਲ ਜਾਂਦੀ ਹੁੰਦੀ ਹੈ। ਅੱਛਾ, ਹਾਂਜੀ। ਤੇ ਜੇ ਉਹਨੇ ਘਰ ਹੀ ਰੱਖਣੀ ਹੈ ਤੇ ਫਿਰ ਇੱਕ ਦੋ ਵੀ ਚੰਗੀ, ਜੇ ਉਹਨੇ ਕਾਰੋਬਾਰ ਕਰਨਾ ਹੈ ਤੇ ਫਿਰ ਦੁੱਧ ਵਾਲੀਆਂ ਮੱਝਾਂ ਦੁੱਧ ਵਾਲੀਆਂ ਰੱਖੇ, 4 ਰੱਖੇ 5 ਰੱਖੇ, ਉਹਨੂੰ ਆਪ ਸਮਝ ਆਏਗੀ ਕਿ ਮੇਰਾ ਭਾਈ ਇਹਦੇ ਵਿੱਚ ਪ੍ਰੋਫਿਟ ਹੈ ਵੇ ਕੀ ਮੱਝ ਦੇਣਾ। ਉਹ 10 ਕਿਲੋ ਵੀ ਦੁੱਧ ਦੇ ਨਾ ਜਾਨ ਛੱਡ ਕੇ 1000 ਰੁਪਇਆ ਬਣਾਉਂਦੀ 100 ਰੁਪਏ ਕਿਲੋ ਦੁੱਧ ਵਿਕਦਾ ਖਾਲਸ ਦੇਈਏ ਤੇ। ਚਲੋ ਜਿਹੜੇ ਭਰਾ ਆਪਣੇ ਸ਼ਹਿਰਾਂ 'ਚ ਬੈਠੇ ਨੇ, ਸ਼ਹਿਰਾਂ 'ਚ ਮੇਰੇ ਮਾਮੂ ਹੋਰੀ ਨੇ 130 ਵੀ ਉੱਥੇ ਵਿਕਦਾ, 120 ਵੀ ਵਿਕਦਾ। ਹਾਂਜੀ, ਸਾਡੇ ਇੱਥੇ ਅਸੀਂ 100 ਰੁਪਏ ਦਿੰਦੇ ਹਾਂ। ਤੇ ਜਿਹੜਾ ਕੋਈ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਜਾਂ ਬਾਹਰ ਬੈਠਾ ਹੈ ਔਰ ਆਪਣੇ ਘਰਦਿਆਂ ਨੂੰ ਜਾਂ ਪਿਛਲਿਆਂ ਭਰਾਵਾਂ ਨੂੰ ਉਹ ਕੰਮ ਕਰਵਾਉਣਾ ਚਾਹੁੰਦਾ, ਉਹ ਅਗਰ ਮਹੀਨੇ ਦਾ ਲੱਖ ਰੁਪਏ ਕਮਾਉਣਾ ਚਾਹੁੰਦਾ ਤੇ ਕਿੰਨੀਆਂ ਮੱਝਾਂ ਲੈ ਲੇ? ਭਾਜੀ ਉਹ ਲੱਖ ਰੁਪਇਆ ਕਮਾਉਣਾ ਚਾਹੁੰਦਾ, ਲੱਖ ਤੋਂ ਉੱਤੇ ਕਮਾਉਣਾ ਚਾਹੇਗਾ, ਮੱਝਾਂ 4 ਪਾਲੇ 5 ਪਾਲੇ, ਪੰਜਾਂ ਤੋਂ ਲੱਖ ਲੱਭ ਜਾਏਗਾ। ਦੱਸੋ ਹੁਣ ਸਕੀਮ ਕਿਸ ਤਰ੍ਹਾਂ। ਭਾਜੀ ਉਹਨੇ ਜਦੋਂ ਮੱਝਾਂ 5 ਰੱਖ ਲੈਣੀਆਂ ਨਾ ਤੇ 5 ਮੱਝਾਂ ਦਾ ਰੋਜ਼ ਦਾ 50 ਕਿਲੋ ਦੁੱਧ, ਠੀਕ ਹੈ, ਹਨਾ 10 ਕਿਲੋ ਵੀ ਲਾਈਏ, ਠੀਕ ਹੈ ਮਾਈ ਦਾ, ਤਾਂ 5000 ਸਿੱਧਾ ਸਿੱਧਾ ਪੈ ਗਿਆ ਪਿਛਾਂ, ਠੀਕ ਹੈ। ਉਹਦੇ ਵਿੱਚੋਂ 5000 ਦੇ ਵਿੱਚੋਂ 1500 2000 ਖਰਚਾ ਆ ਗਿਆ ਇਹਨਾਂ ਤੇ। ਉਹਨਾਂ 10 ਕਿਲੋ ਦੇ ਤੇ ਨਹੀਂ ਨਾ ਰਹਿਣਾ, ਬਿਲਕੁਲ ਆਪਣਾ ਬੱਚੇ ਸੱਚੇ ਵੀ ਹੋਣੇ ਨੇ। ਮਾਈ 10 ਕਿਲੋ ਜਿਹੜੀ ਦੁੱਧ ਦਿੰਦੀ ਕੋਈ ਦਿੰਦੀ ਹੈ, ਨਹੀਂ ਤੇ ਜਿਹੜੀਆਂ ਮੱਝਾਂ ਨੇ ਨਾ ਜੂਹ ਦੀਆਂ ਮੱਝਾਂ, ਉਹ ਤਾਂ 14 16 18 ਜਿੰਨੇ ਹੀ ਸਾਹਮਣੇ ਨਾ ਦੁੱਧ ਹੋਣਾ ਉਹਨਾਂ ਨੂੰ ਦੇਣਾ, ਠੀਕ ਹੈ। ਤੇ ਉਹ ਬੰਦਾ ਰੱਜ ਜਾਂਦਾ। ਅਲਹਮਦੁਲਿਲਾ, ਬੰਦਾ ਤਾਂ ਵੈਸੇ ਰੱਜਦਾ ਹੀ ਨਹੀਂ ਨਾ, ਤੇ ਸ਼ੁਕਰ ਅਦਾ ਕਰਨਾ ਚਾਹੀਦਾ ਅੱਲਾ ਦਾ, ਤੇ ਅੱਲਾ ਪਾਕ ਰਿਜ਼ਕ ਇਜ਼ਾਫਾ ਪਾ ਛੱਡਦੇ ਨੇ। ਸਹੀ ਹੈ। ਤੇ ਜਿਹੜਾ ਤੁਸੀਂ ਦੱਸਿਆ ਕਿ ਮੱਝਾਂ ਜਿਹੜੀਆਂ ਨੇ ਦੁੱਧ ਦਿੰਦੀਆਂ ਰਹਿੰਦੀਆਂ ਨੇ, ਤੇ ਦੁੱਧ ਜਦੋਂ ਘਟਾਉਂਦੀਆਂ ਨੇ ਉਦੋਂ ਕੀ ਕਰੀਏ? ਭਾਜੀ ਇੱਕ ਮਿਆਰ ਹੁੰਦਾ ਤੇ ਫਿਰ ਇੱਕ ਮੁੱਦਤ ਹੁੰਦੀ ਹੈ ਕਿਸੇ ਇਨਸਾਨ ਦੀ ਜਾਂ ਜਾਨਵਰ ਦੀ ਹੈ। ਵੇਖੋ ਨਾ, ਜੋ ਫਲ ਕੱਤੀ ਹੈ ਤਾਂ ਉਹਨੇ ਤਕਰੀਬਨ ਫਲਣ ਤੋਂ ਬਾਅਦ 6 ਮਹੀਨੇ ਦੁੱਧ ਦੇ ਦੇਣਾ, ਤੇ ਉਸ ਤੋਂ ਬਾਅਦ ਉਹਨੇ ਫਿਰ ਭਜਣਾ ਵੀ ਤੇ ਆਈ ਨਾ, ਅੱਗੋਂ ਦੀ ਤਿਆਰੀ ਕਰਨੀ ਹੈ। ਸਹੀ ਹੈ। ਤੇ ਕਈ 8 ਮਹੀਨੇ ਭਜਦੀਆਂ, ਕਈ ਭਜਦੀਆਂ ਨਹੀਂ ਹੈ, ਉਹ ਬੰਦੇ ਦੇ ਆਪਣੇ ਤੇ ਡਿਪੈਂਡ ਹੁੰਦਾ। ਜਿੰਨੀ ਸੇਵਾ ਕਰਨੀ ਹੈ ਨਾ, ਮਾਲ ਦਾ ਦੁੱਧ ਨਹੀਂ ਸੁੱਕਦਾ। ਬੰਦਾ ਜਿਹੜਾ ਨਾ ਉਹ ਆਪ ਹੀ ਤੰਗ ਆ ਕੇ ਤੇ ਅੱਗੋਂ ਆਪਣਾ ਸੇਵਾ ਘਟਾ ਛੜੇ, ਤੇ ਫਿਰ ਜਿਹੜਾ ਦੁੱਧ ਹੈ ਉਹ ਘਟ ਸਕਦਾ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਇਹ ਦੱਸੋ ਕਿ
ਤੁਸੀਂ ਵੀ ਦੱਸ ਦਿਓ ਕਿ ਮੱਝ ਜਿਹੜੀ ਹੈ ਉਹਦਾ ਦੁੱਧ ਲਾਮ ਵੱਧ ਜਾਂਦੀ ਹੈ, ਨਹੀਂ ਦਿੰਦੀ ਰਹਿੰਦੀ ਹੈ। ਇੰਜੀ ਗੱਲ ਜਿਹੜਾ ਬੰਦਾ ਜਿਹਦੇ ਪੱਠੇ ਆਪਣੇ ਨੇ, ਜਿਹਦੇ ਪੱਠੇ ਆਪਣੇ ਨਹੀਂ, ਉਹ ਦੋਵੇਂ ਕੰਮ ਕਰ ਸਕਦੇ ਨੇ? ਦੋਵੇਂ ਕਰ ਸਕਦੇ ਨੇ। ਹੁਣ ਸਾਡੇ ਪੱਠੇ ਆਪਣੇ ਨਹੀਂ ਹੈ, ਅਸੀਂ ਹਰ ਚੀਜ਼ ਦੀ ਮੁੱਲ ਲੈਣੇ ਆ, ਲੇਕਿਨ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਹੈ। ਠੀਕ ਹੈ, ਫੇਰ ਵੀ ਇਹਦੇ ਚ ਬਚਤ ਹੈ? ਫੇਰ ਵੀ ਬਚਤ ਹੈ। ਕੰਮ ਕੋਈ ਵੀ ਹੈ ਨਾ, ਜੇ ਆਪਣੇ ਹੱਥੀ ਕਰਨਾ ਹੈ ਜਾਂ ਉੱਤੇ ਰਹਿਣਾ ਕੰਮ ਦੇ ਉੱਤੇ, ਤਾਂ ਬਚਤ ਹੀ ਬਚਤ ਹੈ, ਜੇ ਬੰਦੇ ਦੀ ਨੀਅਤ ਸਾਫ਼ ਹੈ। ਠੀਕ ਹੋ ਗਿਆ। ਕਲੀਮ ਭਾਈ, ਉਮਰ ਛੋਟੀ ਤੇ ਗੱਲ ਬੜੀ ਵੱਡੀ, ਬੜੀ ਜ਼ਿੰਮੇਵਾਰੀ ਨਾਲ ਗੱਲ ਕਰਨੀ ਜੇ। ਕਦੀ ਕਿਸੇ ਬੰਦੇ ਨੂੰ ਇਸ ਕੰਮ ਦੇ ਵਿੱਚ ਨੁਕਸਾਨ ਉਠਾਉਂਦਿਆਂ ਵੀ ਵੇਖਿਆ ਜੇ? ਭਾਜੀ ਨੁਕਸਾਨ ਸਾਨੂੰ ਵੀ ਹੁੰਦਾ ਹੀ ਹੈ। ਕੋਈ ਵੀ ਕੰਮ ਐਸਾ ਮਿਲਦਾ ਚਲੋ ਜਿਹਦੇ ਨੁਕਸਾਨ ਨਹੀਂ ਹੈ, ਨੁਕਸਾਨ ਤੇ ਨਫਾ ਅੱਲਾਹ ਪਾਕ ਦੀ ਤਰਫੋਂ ਹੀ ਹੈ। ਠੀਕ ਹੈ। ਹਾਂਜੀ, ਯਾਨੀ ਇੰਨਾ ਕੁ ਨੁਕਸਾਨ ਕੋਨੇ ਡੰਗਰ ਹੀ ਛੱਡ ਛੜਿਆ ਹੁਣ? ਉਹ ਤੇ ਬੰਦਾ ਹੀ ਥੱਕ ਗਿਆ ਹੋਣਾ। ਠੀਕ ਹੈ, ਯਾਨੀ ਮੈਂ ਉਹ ਨੁਕਸਾਨ ਪੁੱਛਣਾ ਪਿਆ ਜਿਹੜਾ ਆਖੇ ਯਾਰ ਮੈਨੂੰ ਇਸ ਕੰਮ 'ਚ ਨੁਕਸਾਨ ਹੋਇਆ ਤੇ ਲੈ ਮੈਂ ਛੱਡ ਕੇ ਨੱਸ ਲਾਉਂ। ਨਫਾ ਨੁਕਸਾਨ ਤੇ ਨਾਲ ਹੀ, ਉਹ ਤੇ ਹਰ ਬੰਦੇ ਸਮਝ ਆਉਂਦੀ। ਕੋਈ ਵੀ ਕੰਮ ਹੈ ਨਾ, ਪਹਿਲਾਂ ਉਹਦਾ ਨਫਾ ਸੋਚੋ, ਦੇਖੋ, ਫਿਰ ਨੁਕਸਾਨ ਵੀ ਹੈ। ਠੀਕ ਹੈ, ਨਫਾ ਨੁਕਸਾਨ ਹੈ ਵੇ, ਫੇਰ ਹੀ ਤੇ ਕਾਰੋਬਾਰ ਹੈ। ਫੇਰ ਹੀ ਕਾਰੋਬਾਰ ਹੈ। ਹੁਣ ਕੋਈ ਵੀ ਕੰਮ ਹੈ ਨਾ, ਬਹਾਰ ਬੂਰ ਮਾਲ ਨੂੰ ਜਿਹੜਾ ਮਾਰਾ ਮੋਟਾ ਤੇ ਉਂਝ ਵੀ ਹੋ ਹੀ ਜਾਂਦਾ ਹੈ, ਤੇ ਉਹ ਆਪ ਹੀ ਉਸਤਾਦੀਆਂ ਨਹੀਂ ਲਾਣੀਆਂ ਚਾਹੀਦੀਆਂ। ਡਾਕਟਰ ਨੂੰ ਜਿਹੜਾ ਕੰਮ ਜਿਹਦੇ ਨੂੰ ਫੱਬਦਾ ਨਾ, ਉਹਨੂੰ ਸੱਦਣਾ ਚਾਹੀਦਾ ਬੰਦੇ। ਠੀਕ ਹੈ, ਹਾਂਜੀ, ਜ਼ਬਰਦਸਤ ਹੋ ਗਿਆ। ਅੱਛਾ, ਇਹ ਦੱਸੋ ਕਿ ਜਿਹੜੇ ਬੰਦੇ ਨੇ ਤੁਹਾਡੇ ਮੁਤਾਬਕ, ਤੁਹਾਡੇ ਜ਼ਹਿਨੀਅਤ ਦੇ ਮੁਤਾਬਕ ਤੁਸੀਂ ਆਂਦੇ ਹੋ ਕਿ ਲੱਖ ਰੁਪਏ ਕਮਾਉਣਾ ਚਾਹੁੰਦਾ, ਉਹਨੇ 20 ਜਿਹੜਾ ਦਿਹਾੜੀ ਦਾ ਅਗਰ ਉਹਨੇ 5000 ਲੈਣਾ ਹੈ ਜਾਂ 10000 ਲੈਣਾ ਹੈ, ਉਹ ਅਗਰ ਤੁਹਾਡੇ ਮੁਤਾਬਕ 5 ਮੱਝਾਂ ਰੱਖਦਾ ਹੈ, 5 ਮੱਝਾਂ ਰੱਖਦਾ ਤੇ ਭਾਜੀ ਉਹਦੇ ਸਕੀਮ ਦਾ ਦੱਸੋ ਕਿ ਉਹਦੇ ਲਈ ਪੱਠੇ ਕਿੰਨੇ ਚਾਹੀਦੇ ਨੇ ਡੇਲੀ ਦੇ, ਔਰ ਵੱਡਾ ਕਿੰਨਾ ਚਾਹੀਦਾ? ਭਾਜੀ ਵੰਡਾ ਤੇ ਅਸੀਂ ਤੇ ਖਲ ਤੇ ਆਪਣਾ ਕਰਾ ਪਾਉਂਦੇ ਜੇ, ਦਲੀਆ ਸਾਰਨਾ ਚੰਗੀ ਚੀਜ਼ ਹੈ। ਆ ਦੂਸਰੇ ਵੰਡੇ ਨਿਕਲ ਆਏ ਨੇ ਬੜੇ ਬੜੇ ਗਰਮ ਗੋਲੀ ਵੰਡੇ, ਤੇ ਉਹ ਸਾਡੇ ਕੋਲ ਤੇ ਨਹੀਂ ਜੇ ਪੈਂਦੇ, ਤੇ ਨਾ ਹੀ ਅਸੀਂ ਪਾਉਂਦੇ ਜੇ। ਅੱਛਾ, ਕਿਉਂਕਿ ਉਹ ਖਾ ਖਾ ਕੇ ਮਾਲ ਦੇ ਅੰਦਰ ਅੱਗ ਪੈ ਜਾਂਦੀ, ਤੇ ਮਾਲ ਕੋ ਨਿਕਲਦਾ ਨਹੀਂ, ਤੇ ਲੋਕ ਜਿਹੜੇ ਬਹੁਤੇ ਤੰਗ ਇੱਥੋਂ ਹੀ ਆਉਂਦੇ ਨੇ ਕਿ ਸਾਡੀਆਂ ਮੱਝਾਂ ਨਹੀਂ ਫਲੀਆਂ ਜਾਂਦੀਆਂ। ਮੱਝਾਂ ਕਿਦੋਂ ਕਿੰਜ ਫਲੀਆਂ ਜਾਣ, ਜਦੋਂ ਤੁਹਾਂ ਉਹਨਾਂ ਦੀਆਂ ਹੱਡੀਆਂ ਹੀ ਕੋਰ ਛੜਨੀਆਂ, ਉਹਨਾਂ ਨੂੰ ਪਾ ਪਾ ਗਰਮ ਵੰਡੇ ਅੰਦਰ ਅੱਗ ਪਾ ਛੜਨੀ ਹੈ। ਠੀਕ ਹੈ। ਹਾਂਜੀ, ਤੇ ਯਾਨੀ ਕਿ ਪੱਠਾ ਜਿਹੜਾ ਵੇ ਹਰਾ ਵੀ ਪਾਈਏ ਨਾਲ ਸੁੱਕਾ ਵੀ ਪਾਈਏ? ਬਾਚੋ ਹਰਾ ਵੀ ਪਾਓ, ਸੁੱਕਾ ਵੀ ਪਾਓ। ਹੁਣ ਤੁਹਾਡੇ ਸਾਹਮਣੇ ਵੇਖ ਲਓ, ਹਰੇ ਦੇ ਢੇਰ ਲਾਏ ਨੇ, ਮਾਲ ਨੇ ਹਰਾ ਹੀ ਖਾਣਾ, ਤੂੜੀ ਆਹਾਂ ਨਹੀਂ ਜਾਈ ਤੱਕ ਲਈ। ਠੀਕ ਹੈ। ਸਿਆਲ ਦੇ ਦਿਨ ਇੱਕ ਮਾਤ ਤੇ ਸਟਾਲਾ ਪਾਈਦਾ, ਜਿੰਨਾ ਮਾਲ ਖਾ ਸਕੇ। ਅੱਛਾ, ਰਜਾਈਦਾ ਇਹਨੂੰ? ਬਿਲਕੁਲ, ਇਹ ਵੀ ਫਿਰ ਮਾਲਕ ਨੂੰ ਰਜਾ ਹੜਦੀਆਂ ਨੇ? ਹਾਂਜੀ, ਇਨਸ਼ਾਅੱਲਾ ਕੇ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਇਹ ਦੱਸੋ ਕਿ ਜਿਹੜਾ ਅੱਜ ਕੱਲ ਵੰਡਾ ਆ ਰਿਹਾ, ਉਹ ਤੇ ਤੁਸੀਂ ਅਕਸਰ ਲੋਕ ਆਂਦੇ ਨੇ ਜੀ ਉਹਦੇ ਵਿੱਚ ਮਿਲਾਵਟ ਹੈ। ਬਿਲਕੁਲ, ਤੇ ਫਿਰ ਉਹਦਾ ਕੀ ਹੱਲ ਕਰੀਏ? ਵੰਡਾ ਬਿਹਤਰ ਤੇ ਆਈ ਆਪਣਾ ਬੰਦਾ ਹੱਥੀ ਤਿਆਰ ਕਰ ਲੇ, ਉਹ ਸਾਰਾ ਚੰਗਾ। ਜਿਹੜਾ ਆਪਣਾ ਛੋਲੇ ਨੇ, ਜਿਹਨੂੰ ਚਨੇ ਆਂਦੇ ਨੇ, ਉਹ ਵੀ ਚੰਗੇ ਨੇ, ਤੇ ਉਹਦਾ ਘਰਾ ਵੀ ਚੰਗਾ। ਉਸ ਤੋਂ ਬਾਅਦ ਦਲੀਆ ਜਿਹੜਾ, ਉਹਦੀ ਤੱਕ ਬਾਤ ਹੀ ਕਿਆ ਹੈ ਨਾ, ਉਹਦੇ ਨਾਲ ਬੰਦਾ ਰਲਦਾ ਹੀ ਨਹੀਂ। ਕੋਈ ਗਰਮੀ ਆਉਂਦੀ, ਉਹਦਾ 2-3 ਵਾਰੀ ਪਾਣੀ ਲਾ ਕੇ ਤੇ ਮਾਲ ਨੂੰ ਪਾਣਾ ਚਾਹੀਦਾ, ਤੇ ਆਪ ਰਿਜ਼ਲਟ ਮਿਲ ਜਾਣੇ ਨੇ। ਅਸੀਂ ਤੇ ਦੂਸਰੇ ਵੰਡੇ ਨੂੰ ਜੇ ਮੰਨਦੇ ਆ। ਜਿਹੜੀ ਮੱਝ ਚੰਗਾ ਦੁੱਧ ਦੇਣ ਵਾਲੀ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਔਰ ਘੱਟ ਤੋਂ ਘੱਟ ਕਿੰਨਾ ਵੰਡਾ ਪਾਈਏ? ਉਹ ਬੰਦੇ ਤੇ ਆਪਣੇ ਡਿਪੈਂਡ ਕਰਦਾ, ਜਿੰਨਾ ਵੰਡਾ ਪਾਣਾ ਨਾ ਦੁੱਧ ਤੇ ਉਹਨੇ ਫਿਰ ਉਸ ਹਿਸਾਬ ਨਾਲ ਦੇਣਾ। ਹੁਣ ਇੱਕ ਬੰਦਾ 200 ਦਾ ਪਾ ਲੈਂਦਾ, ਜੋ ਉਹ ਮੱਝ ਉਹਦੀ ਚੰਗੀ ਹੈ, ਉਹਨੂੰ 200 ਦੀ ਬਜਾਏ 300 ਦਾ 400 ਦਾ ਪਾਏਗਾ, ਉਹਨੇ ਦੁੱਧ ਦੀ ਮਕਦਾਰ ਜ਼ਿਆਦਾ ਹੀ ਕਰਨੀ ਹੈ ਨਾ, ਘਟਾਣੀ ਤੇ ਨਹੀਂ ਹੁਣ। ਪੈਸੇ ਪੂਰੇ ਕਰ ਛੱਡਣੇ, ਪੂਰੇ ਕਰ ਛੱਡਣੇ ਨੇ ਬਾਅਦ ਚੋਂ। ਲੇਕਿਨ ਐਵਰੇਜ ਇੱਕ ਕੰਮ ਦੀ ਰਹਿਣੀ ਚਾਹੀਦੀ ਹੈ। ਇੱਕ ਬੰਦੇ ਨੂੰ ਹੁਣ ਇੱਕ ਚੀਜ਼ ਨੂੰ ਪਚਦੀ ਹੋਣੀ ਕੋਈ ਚੀਜ਼ ਹੈ, ਹੁਣ ਉਹਦੇ ਅੱਗੇ ਵੰਡੇ ਦੇ ਢੇਰ ਲਾ ਛੱਡਣੇ, ਤੇ ਉਹ ਵੀ ਨਹੀਂ ਗੱਲ ਚੰਗੀ ਹੈ। ਠੀਕ ਹੋ ਗਿਆ। ਕਿੰਨੀਆਂ ਮੱਝਾਂ 'ਚ ਇੱਕ ਜਿਹੜਾ ਵੇ ਉਹ ਸੰਡਾ ਹੋਣਾ ਚਾਹੀਦਾ ਹੈ ਤਾਂ ਕਿ ਸੂਆ ਜਿਹੜਾ ਵੇ ਉਹ ਖਾਲੀ ਨਾ ਜਾਏ? ਉਹ ਬਾਅਦ ਚੋਂ ਆਪਣੇ ਤੇ ਇਨਸਾਨ ਨੂੰ ਡਿਪੈਂਡ ਕਰਦਾ। ਤੁਸੀਂ ਕੀ ਕਹਿੰਦੇ ਹੋ? ਅਸੀਂ ਕਹਿੰਦੇ ਆ ਕਿ ਜੇ ਉਹਦੇ ਕੋਈ ਜਗ੍ਹਾ ਹੈ ਵੇ ਨਾ, ਤੇ ਉਹ ਵਿੱਚ ਸੰਡਾ ਰੱਖਿਓ, ਸਾਰਨਾ ਚੰਗੀ ਗੱਲ ਹੈ। ਕਿੰਨੀਆਂ 'ਚ ਰੱਖ ਲੈ? ਉਹ 5 ਚ ਰੱਖ ਲੈ, 7 ਚ ਰੱਖ ਲੈ, 10 ਚ ਰੱਖ ਲੈ। ਠੀਕ ਹੋ ਗਿਆ, ਯਾਨੀ 5 ਤੋਂ ਸ਼ੁਰੂ ਹੋ ਜਾਂਦਾ? ਹਾਂ ਬਿਲਕੁਲ, ਠੀਕ ਹੋ ਗਿਆ। ਤੇ ਝੋਟਾ ਚੰਗੀ ਚੀਜ਼ ਹੈ, ਚਲੋ ਟਾਈਮ ਦੇ ਨਾਲ ਫਲ ਕਰਦੀਆਂ ਨੇ। ਤੇ ਜਦੋਂ ਮੱਝ ਦੁੱਧ ਘਟਾਉਣ ਲੱਗ ਪੈਂਦੀ ਹੈ, ਤੇ ਫਿਰ ਉਹਦਾ ਕੀ ਹੱਲ ਹੈ ਜੇ ਕੋ ਤੁਹਾਡੇ ਕੋਲ? ਭਾਜੀ ਮੱਝ ਦੁੱਧ ਜਿਹੜੀ ਘਟਾਉਂਦੀ ਹੈ ਨਾ, ਉਹ ਆਪਣਾ ਇਨਸਾਨ ਦੀ ਆਪਣੀ ਕਮਜ਼ੋਰੀ ਤੋਂ ਘਟਾਉਂਦੀ ਹੈ। ਇਹ ਜ਼ਰਾ ਵਾਜ਼ੇ ਕਰਿਓ, ਕਿਉਂਕਿ ਅਕਸਰ ਲੋਕਾਂ ਨੇ ਸਾਡੀ ਮੱਝ ਜਿਹੜਾ ਦੁੱਧ ਘਟਾ ਗਈ, ਉਹਦੀ ਬੰਦੇ ਦੀ ਕੀ ਗਲਤੀ ਹੈ? ਦੁੱਧ ਤੇ ਮੱਝ ਘਟਾਉਂਦੀ ਹੈ, ਮੱਝ ਗਰਮ ਹੋ ਜਾਂਦੀ ਹੈ ਚੋਖੀ, ਤੇ ਜਾਂ ਠੰਡੀ ਹੋ ਜਾਂਦੀ ਹੈ। ਅੱਛਾ, ਤੇ ਜੇ ਉਹ ਗਰਮ ਹੋ ਜਾਂਦੀ ਹੈ ਨਾ, ਸਾਡਾ ਜਿਹੜਾ ਕੁਲੀਆ ਨਾ, ਅਸੀਂ ਤੇ ਉਹਨੂੰ ਦਿੰਦੇ ਜੇ ਸਰੋਂ ਦਾ ਤੇਲ, ਦਹੀਂ ਹੋ ਗਿਆ, ਨਾਲ ਹੋ ਗਈ ਸ਼ੱਕਰ, ਨਿੱਕੀ ਮਧਾਣੀ ਮਾਰ ਕੇ ਉਹ ਮੱਝ ਨੂੰ ਦੇ ਛੱਡੀ ਹੈ। ਹੁਣ ਸਾਡੀ ਮੱਝ ਸੱਜਰੀ ਹੈ ਨਾ, ਸੂਈਆਂ ਨੇ ਸਾਰੀਆਂ, ਤੇ ਅਲਹਮਦੁਲਿਲਾ 10-12 ਦਿਨ ਇਹਨਾਂ ਨੂੰ ਛੇੜਨਾ ਨਹੀਂ ਹੈ। ਆਪਣੇ ਤੁਲ ਦੇ ਨਾਲ ਜਿੰਨਾ ਵੀ ਦੁੱਧ ਦੇਣਾ ਚੋਈ ਜਾਣਾ। 10-12 ਦਿਨਾਂ ਤੋਂ ਬਾਅਦ ਇਹਨਾਂ ਨੂੰ ਵੰਡਾ ਪਾਣਾ ਸ਼ੁਰੂ ਕਰ ਦੇਣਾ, ਤੇ ਇਹਨਾਂ ਜਦੋਂ ਅੱਟਾਂ ਛਟਾਂ ਸੁੱਟ ਲੈਣੀਆਂ, ਤੇ ਅਸੀਂ ਤੇ ਇਹ ਕੁਲੀਆ ਦਮਾਂਦੇ ਜੇ, ਦਹੀਂ ਤੇਲ ਤੇ ਸ਼ੱਕਰ ਮਧਾਣੀ ਮਾਰ ਕੇ ਸਵੇਰੇ ਦੇ ਕੇ ਤੇ ਬਾਅਦ ਧੁੱਪੇ ਬੰਨ ਛੱਡੀਆਂ। ਕੀ ਬਾਤ, ਕੀ ਬਾਤ, ਜ਼ਬਰਦਸਤ ਹੋ ਗਿਆ। ਕੋਈ ਐਸੀ ਗੱਲ ਜਿਹੜੀ ਮੈਂ ਤੁਹਾਡੇ ਕੋਲ ਨਹੀਂ ਪੁੱਛ ਸਕਿਆ, ਔਰ ਤੁਸੀਂ ਡੰਗਰ ਪਾਲਣ ਵਾਲੇ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਹੋ ਕਿ ਯਾਰ ਇਹ ਕੰਮ ਕਰਿਓ, ਤੇ ਇਨਸ਼ਾਅੱਲਾ ਇਸ ਕੰਮ 'ਚ ਤੁਹਾਡਾ ਨੁਕਸਾਨ ਨਹੀਂ ਹੋਏਗਾ? ਭਾਜੀ ਕੰਮ ਕੋਈ ਵੀ ਨਾ, ਮੈਂ ਅੱਗੇ ਵੀ ਦੱਸਿਆ ਕਿ ਨੁਕਸਾਨ ਹੁੰਦੇ ਹੀ ਨੇ, ਲੇਕਿਨ ਘੱਟ ਤੋਂ ਘੱਟ ਹੋਏ ਨਾ। ਹਾਂ ਬਿਲਕੁਲ, ਉਹ ਫਿਰ ਸਾਹਮਣੇ ਹੀ ਹੈ ਨਾ ਮਾਲ ਨੂੰ। ਜਦੋਂ ਇੱਕ ਚੀਜ਼ ਦੇ ਉਹਦੇ ਨਾਲ ਧਿਆਨ ਹੀ ਨਹੀਂ ਕਰਨਾ, ਉਹਨੂੰ ਕੇਅਰ ਹੀ ਨਹੀਂ ਕਰਨੀ, ਉਹਨੂੰ ਪਾਣੀ ਨਹੀਂ ਡਾਲਣਾ, ਉਹਦੇ ਨਾਲ ਦੇਖਭਾਲ ਹੀ ਨਹੀਂ ਕਰਨੀ, ਤਾਂ ਉਹਨੇ ਫਿਰ ਕਿੱਥੋਂ ਵਧਣਾ ਆਪਣਾ? ਨੌਕਰਾਂ ਤੇ ਰਹਿ ਕੇ ਕੰਮ ਕੀਤਾ ਜਾ ਸਕਦਾ? ਨੌਕਰਾਂ ਤੇ ਰਹਿ ਕੇ ਬੜਾ ਘੱਟ, ਉਹ ਬੰਦਾ ਆਪ ਉੱਤੇ ਹੋਏ ਤੇ ਫੇਰ। ਅਸੀਂ ਤੇ ਨੌਕਰਾਂ ਵਾਲੀ ਗੱਲ ਨਹੀਂ ਜੇ ਮੰਨਦੇ ਆ। ਠੀਕ ਹੈ। ਨੌਕਰ ਭਾਜੀ ਜਿਹੜੀ ਮਾਈ ਨੇ 2 ਲੀਟਾਂ ਪਾਣੀ ਦੀਆਂ ਲਾਉਣੀਆਂ, ਉਹਨੂੰ ਇੱਕ ਲਵਾ ਕੇ ਰੱਸਾ ਖਿੱਚ ਲੈਣ, ਮਾਲਕ ਕਿਹੜਾ ਵਹਿੰਦਾ ਪਿਆ? ਹਰ ਬੰਦਾ ਨਹੀਂ ਚੰਗਾ ਹੁੰਦਾ। ਠੀਕ ਹੋ ਗਿਆ। ਨਾਲੇ ਜਿਹਦਾ ਕੰਮ ਆਪਣਾ ਹੈ ਨਾ, ਉਹ ਆਪਣੇ ਹੱਥੀ ਕਰੇ ਤਾਂ ਉਹਨੂੰ ਫਾਇਦਾ ਹੀ ਫਾਇਦਾ, ਫੇਰ ਹੀ ਜੱਚਦਾ।
ਅਗਰ ਮੈਂ ਇਸ ਕੰਮ ਨੂੰ ਕਰਨਾ ਚਾਹਨਾ ਲੇਕਿਨ ਮੇਰਾ ਨਾਲ ਕੋਈ ਹੋਰ ਵੀ ਕਾਰੋਬਾਰ ਹੈ ਤੇ ਫਿਰ ਵੀ ਇਹ ਕੰਮ ਕੀਤਾ ਜਾ ਸਕਦਾ? ਭਾਜੀ ਫੇਰ ਵੀ ਕੀਤਾ ਜਾ ਸਕਦਾ ਹੈ। ਕੰਮ ਸਾਰੀ ਦਿਹਾੜੀ ਨਹੀਂ ਬੰਦਾ ਚੁੱਪਿਆ ਰਹਿੰਦਾ। ਵਾਹ। ਇਹ ਕੰਮ ਇੱਕ ਇੱਕ ਘੰਟਾ 2-2 ਘੰਟੇ ਵੇ, ਇਹਦੀ 2-3 ਘੰਟੇ ਸਵੇਰ ਤੇ 2-3 ਘੰਟੇ 2-3 ਘੰਟੇ ਸਵੇਰ 2-3 ਘੰਟੇ ਸ਼ਾਮ ਨੂੰ। ਬਸ ਸਵੇਰੇ ਪੱਠੇ ਲੈਣੇ ਨੇ ਜਾਂ ਧਾਰਾਂ ਕੱਢ ਲੈਣੀਆਂ, ਧਾਰਾਂ ਕੱਢ ਕੇ ਬੰਦਾ ਉਸੇ ਟਾਈਮ ਪੱਠੇ ਲੈਣ ਟੁੱਟ ਜੇ, ਲਿਆ ਕੇ ਉਸ ਤੋਂ ਬਾਅਦ ਆਪਣਾ ਜਿਹੜਾ ਮਰਜ਼ੀ ਕੰਮ ਕਰੇ। ਉਹ ਫਿਰ ਪੇ ਪਿੱਛੋਂ ਸਾਂਭਦੇ ਰਹਿੰਦੇ। ਇੱਕ ਬੰਦਾ ਵੱਧ ਤੋਂ ਵੱਧ ਕਿੰਨੀਆਂ ਕੁ ਮੱਝਾਂ ਆਰਾਮ ਨਾਲ ਸਾਂਭ ਸਕਦਾ ਹੈ? ਇੱਕ ਬੰਦਾ ਜਿਹਦੇ ਜਿੰਨੀ ਹਿੰਮਤ ਹੋਣੀ ਆ ਸਾਂਭ ਸਕਦਾ। ਹੁਣ ਮੈਂ ਇਕੱਲਾ ਬੰਦਾ 10 ਵੀ ਸਾਂਭ ਸਕਣਾ। ਠੀਕ ਹੋ ਗਿਆ। ਤੇ ਉਂਝ ਘੱਟ ਤੋਂ ਘੱਟ ਕਿੰਨੀਆਂ ਕੁ ਸਾਂਭ ਸਕਦਾ? ਉਹ ਘੱਟ ਤੋਂ ਘੱਟ ਉਹਦੇ ਤੇ ਆਪਣੇ ਡਿਪੈਂਡ ਕਰਦਾ ਜੀ। ਫਿਰ ਵੀ ਕੋਈ ਅੰਦਾਜ਼ਾ? ਉਹ 2-3 ਤੇ ਸਾਂਭ ਵੀ ਸਕਦਾ ਹੈ ਨਾ। ਯਾਨੀ 4-5 ਕੁ ਸਾਂਭ ਸਕਦਾ? ਹਾਂਜੀ, ਹਰ ਬੰਦਾ ਹੁਣ ਹਰ ਕੰਮ ਨਹੀਂ ਕਰ ਸਕਦਾ, ਲੇਕਿਨ ਹਰ ਬੰਦਾ ਕੋਈ ਨਾ ਕੋਈ ਕੰਮ ਤੇ ਕਰ ਹੀ ਸਕਦਾ ਵਾਹ ਹੈ। ਵਾਹ ਬਾਈ ਵਾਹ, ਬੜਾ ਫਿਕਰਾ ਬੋਲਿਆ ਜੀ। ਵਾਹ, ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ ਲੇਕਿਨ ਕੋਈ ਨਾ ਕੋਈ ਤਾਂ ਕਰ ਸਕਦਾ। ਕੋਈ ਨਾ ਕੋਈ ਕੰਮ ਜ਼ਰੂਰ ਕਰ ਸਕਦਾ ਹੈ। ਇਹ ਨਹੀਂ ਕਿ ਹੁਣ ਬੰਦੇ ਨੇ ਆਪਣੇ ਦਿਲ 'ਚ ਹੀ ਪਾ ਲਿਆ ਕਿ ਮੈਂ ਹੈ ਯਾਰ ਡਰਾਮਾ, ਤੇ ਫਿਰ ਕਿੱਥੋਂ ਉਹਨੇ ਤਰੱਕੀ ਕਰਨੀ ਹੈ। ਕੀ ਬਾਤ ਹੈ। ਤੁਹਾਡੀਆਂ ਗੱਲਾਂ ਜਨਾਬ ਬੜੀਆਂ ਮਜ਼ੇਦਾਰ ਨੇ ਔਰ ਸਾਡੇ ਨਾਜ਼ਰੀਨ ਸੁਣ ਕੇ ਉਹਨਾਂ ਨੂੰ ਅੱਛਾ ਲੱਗੇਗਾ ਔਰ ਉਹਨਾਂ ਨੂੰ ਮੋਟੀਵੇਸ਼ਨ ਮਿਲੇਗੀ। ਬਹੁਤ ਸ਼ੁਕਰੀਆ ਕਲੀਮ ਸਾਹਿਬ। अस्सलाम वालेकुम। आखिर ते अपना नंबर भी दस रहे हो? मेरा नंबर 0348 44 82 320।